ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਇਤਿਹਾਸ ਦੇ ਵਿੱਚੋਂ ਕੁਝ ਕੁ ਵੰਨਗੀਆਂ ਆਪਾਂ ਵਿਚਾਰੀਆਂ ਸਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਆਪਾਂ ਸਰਵਣ ਕਰ ਰਹੇ ਸਾਂ ਕਿ 11 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਆਨੰਦ ਕਾਰਜ ਭਾਈ ਲਾਲ ਚੰਦ ਖੱਤਰੀ ਜੀ ਸਪੁੱਤਰੀ ਬੀਬੀ ਜੋ ਮਾਤਾ ਗੁਜਰ ਕੌਰ ਜੀ ਅੰਮ੍ਰਿਤ ਛਕ ਕੇ ਬਣਦੇ ਹਨ। ਜਿਹੜਾ ਪਹਿਲਾ ਨਾਮ ਉਹਨਾਂ ਦਾ ਮਾਤਾ ਗੁਜਰੀ ਜੀ ਕਰਕੇ ਪ੍ਰਚਲਿਤ ਹੈ, ਉਹਨਾਂ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ 13 ਸਾਲ ਦੀ ਉਮਰ ਹੈ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਤੇਗ ਦੇ ਜੌਹਰ ਦਿਖਾਏ। ਕਹਿਣ ਤੋਂ ਭਾਵ ਇਹ ਕਿ ਤਰਤੀਬਵਾਰ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਦੇ ਜੀਵਨ ਨੂੰ ਦੇਖਦੇ ਹਾਂ ਤੇ ਨਿਡਰਤਾ, ਦ੍ਰਿੜਤਾ ਔਰ ਵੈਰਾਗ, ਤਿਆਗ, ਇਹ ਗੁਣ ਜਿਹੜੇ ਧੰਨ ਸਤਿਗੁਰੂ ਪਾਤਸ਼ਾਹ ਦੇ ਜੀਵਨ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਹਨ। ਸਾਡਾ ਜਿਹੜਾ ਮਕਸਦ ਹੈ ਗੁਰਪੁਰਬ ਮਨਾਉਣ ਦਾ, ਇਹਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਗੁਰੂ ਪਾਤਸ਼ਾਹ ਦੇ ਜੀਵਨ ਵਿੱਚੋਂ ਜੋ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਹੰਢਾਇਆ, ਅਪਣਾਇਆ, ਪ੍ਰਗਟ ਕੀਤਾ, ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਕਿ ਉਹਨਾਂ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਵੀ ਬਲਿਹਾਰ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਸ਼ਰਧਾ ਭਾਵਨਾ ਦੇ ਨਾਲ, ਭੈ ਤੇ ਭਾਵਨਾ ਦੇ ਨਾਲ ਭਾਏ ਭਗਤ ਗੁਰਪੁਰਬ ਕਰੰਦੇ। ਜਿੱਥੇ ਭਾਈ ਸਾਹਿਬ ਜੀ ਇਹ ਜ਼ਿਕਰ ਕਰਦੇ ਨੇ ਕਿ ਜੋ ਅੰਮ੍ਰਿਤ ਵੇਲੇ ਸਰ ਨਵੰਦੇ ਜਾਂ ਧਰਮਸਾਲ ਦੀ ਸੁਰਤ ਕਰਨ ਦੇ, ਵੀ ਧਰਮਸ਼ਾਲਾ 'ਚ ਚੱਲ ਕੇ ਜਾਂਦੇ ਨੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ, ਜਾਂ ਜਿਹੜੇ ਸੇਵਾ ਕਰਦੇ ਨੇ, ਲੰਗਰ ਬਣਾਉਣਾ, ਵਰਤਾਉਣਾ, ਜੋੜਿਆਂ ਦੀ ਸੇਵਾ ਕਰਨੀ, ਇਹ ਸਾਰੀਆਂ ਸੇਵਾਵਾਂ ਨੇ, ਇਹ ਸਾਡੀ ਹਾਜ਼ਰੀ ਲੱਗਦੀ ਹੈ। ਗੁਰੂ ਪਾਤਸ਼ਾਹ ਜੀ ਤਾਂ ਇਹ ਸਿਧਾਂਤ ਹੈ। ਤੋ ਭਾਈ ਸਾਹਿਬ ਜੀ ਕਹਿੰਦੇ ਇਸੇ ਸਿਧਾਂਤ ਦੇ ਵਿੱਚ ਇੱਕ ਇਹ ਵੀ ਹੈ ਕਿ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਕਰਦੇ ਨੇ, ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਲੰਗਰਾਂ ਨੂੰ ਬਣਾਉਣ ਦੀ, ਵਰਤਾਉਣ ਦੀ ਸੇਵਾ, ਇਹ ਸਾਰਾ ਜਿਹੜੇ ਮਕਸਦ ਜਿਹੜਾ ਹੈ ਇਹ ਸਿਧਾਂਤ ਦੇ ਨਾਲ ਜੁੜਿਆ ਹੋਇਆ ਹੈ। ਤੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣਾ, ਦਰਅਸਲ ਜਿੰਨੇ ਵੀ ਗੁਰੂ ਸਾਹਿਬਾਨਾਂ ਦੇ ਆਪਾਂ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਜਾਂ ਭਗਤ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ, ਅੱਜ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਤੋ ਮੈਂ ਦੇਖ ਰਿਹਾ ਸਾਂ ਕਿ ਭਗਤ ਧੰਨਾ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ। ਭਗਤ ਧੰਨਾ ਜੀ ਜਿਨ੍ਹਾਂ ਦੀ ਪਾਵਨ ਗੁਰਬਾਣੀ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹਨ। ਤੋ ਉਹਨਾਂ ਦੇ ਜੀਵਨ ਨੂੰ ਜਦੋਂ ਆਪਾਂ ਵਾਚਦੇ ਹਾਂ ਕਿ ਇੱਕ ਕਿਰਤ ਕਰਨੀ, ਕਿਸ ਤਰ੍ਹਾਂ ਕਿਰਤ ਕਰਦੇ ਹੋਏ ਪਰਮਾਤਮਾ ਦੇ ਨਾਮ ਨੂੰ ਜਪਣਾ, ਤੋ ਜਦੋਂ ਆਪਾਂ ਪਾਵਨ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਇਹ ਸੇਧ ਮਿਲਦੀ ਹੈ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਕਿ ਜਿਹੜਾ ਕੌਡੀਆਂ ਦਾ ਸੀ, ਜਿਹਦਾ ਮੁੱਲ ਕੌਡੀ ਵੀ ਨਹੀਂ ਸੀ, ਉਹ ਲੱਖਾਂ ਦਾ ਹੋ ਗਿਆ। ਇੱਕ ਗਰੀਬ ਜਿਹਨੂੰ ਕੋਈ ਪੁੱਛਦਾ ਨਹੀਂ, ਜਿਹਦੀ ਕੋਈ ਬਾਤ ਨਹੀਂ ਪੁੱਛਦਾ, ਇਸ ਗਲੀ ਦੇ ਵਿੱਚ ਉਸ ਨੂੰ ਕੋਈ ਜਾਣਦਾ ਨਹੀਂ, ਉਹ ਤਰਲੇ ਕਰ ਰਿਹਾ ਤੇ ਲੇਕਿਨ ਨਾਮ ਜਪਣ ਕਰਕੇ ਉਹ ਹੁਣ ਉਹਦਾ ਲੱਖਾਂ ਦਾ ਮੁੱਲ, ਭਾਵ ਕਿ ਉਹਦਾ ਇੰਨਾ ਸਤਿਕਾਰ ਵੱਧ ਗਿਆ ਹੈ ਕਿ ਲੋਕ ਉਸ ਨੂੰ ਜਾਣਦੇ ਨੇ, ਉਹਦਾ ਸਤਿਕਾਰ ਕਰਦੇ ਨੇ।
ਤੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਘਰ ਘਰ ਦੇ ਵਿੱਚ ਉਹਦੀ ਚਰਚਾ ਫੈਲ ਗਈ, ਕਾਹਦੇ ਕਰਕੇ? ਨਾਮ ਕਰਕੇ। ਉਹ ਰਵਿਦਾਸ ਭਗਤ ਜੋ ਚਮਾਰ ਜਾਤੀ ਦੇ ਨਾਲ, ਜਿਹਨੂੰ ਆਪਾਂ ਦੁਨਿਆਵੀ ਤੌਰ ਤੇ ਆਪਾਂ ਕਹਿੰਦੇ ਆ ਵੀ ਇਹ ਚਮਾਰ ਜਾਤੀ ਨਾਲ ਸੰਬੰਧ ਰੱਖਦਾ। ਹੁਣ ਉਹਦਾ ਕੰਮ ਕੀ ਹੈ? ਅਸੀਂ ਕਹਿੰਦੇ ਆ ਨਾ, ਜੇ ਨਾਮ ਜਪਣਾ ਹੈ ਤੇ ਕੇਸੀ ਇਸ਼ਨਾਨ ਕਰੀਏ, ਚੌਂਕੜਾ ਲਾ ਕੇ ਬਈਏ, ਭੋਰਾ ਸਾਹਿਬ 'ਚ ਬਈਏ, ਇਕਾਗਰਤਾ ਹੋਵੇ। ਪਰ ਵੇਖੋ ਗੁਰੂ ਸਾਹਿਬ ਜੀ ਨੇ ਕਿਹੜੇ ਕਿਹੜੇ ਪੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕਰਕੇ ਸਾਨੂੰ ਸਮਝਾਇਆ ਹੈ। ਆਪਾਂ ਦਿਨੇ ਵਿਚਾਰ ਕੀਤੀ ਸੀ, ਕਦੇ ਕਿਸੇ ਨੂੰ ਮਾੜਾ ਨਾ ਕਹੋ, ਕਦੇ ਕਿਸੇ ਨੂੰ ਮਾੜਾ ਨਾ ਕਹੋ, ਕਦੇ ਕਿਸੇ ਨੂੰ ਮੰਦਾ ਨਾ ਬੋਲੋ। ਜੋ ਵਰਤ ਰਿਹਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਾਣੇ ਵਿੱਚ ਵਰਤ ਰਿਹਾ। ਆ ਗੁਰੂ ਦਰਬਾਰ ਹੁੰਦਾ ਹੈ ਨਾ, ਜੇ ਕੋਈ ਗੇਟ ਤੇ ਆ ਜਾਏ, ਜਿਹਨੂੰ ਨੌਲੇਜ ਨਹੀਂ, ਕੋਈ ਨਸ਼ਾ ਖਾਣ ਵਾਲਾ, ਕੋਈ ਨੰਗੇ ਸਿਰ, ਕੋਈ ਬੀੜੀ ਸਿਗਰਟ ਵਾਲਾ, ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ। ਪਿਆਰ ਨਾਲ ਉਹਨੂੰ ਕਹੋ, ਭਾਈ ਤੂੰ ਆਇਆ ਤੇ ਬਾਉਂਡਰੀ ਤੋਂ ਬਾਹਰ ਤੇਰਾ ਇੱਕ ਨੰਬਰ ਗੁਰੂ ਘਰ ਦੇ ਵਿੱਚ ਜੁੜ ਗਿਆ, ਤੂੰ ਆਇਆ। ਕਿਉਂਕਿ ਜੇ ਉਹ ਆਇਆ ਹੈ ਤੇ ਉਹਦਾ ਇੱਕ ਨੰਬਰ ਜੁੜ ਗਿਆ। ਉਸ ਨੂੰ ਜੇ ਤੇ ਪਿਆਰ ਨਾਲ ਸਮਝਾ ਦਾਂਗੇ, ਅਗਲੀ ਵਾਰ ਫੇਰ ਆਏਗਾ ਵੀ ਮੈਨੂੰ ਪਿਆਰ ਮਿਲਿਆ, ਵੀ ਮੈਨੂੰ ਦੁਰਕਾਰੇ ਹੋਏ ਨੂੰ, ਨਸ਼ਾ ਖਾਣ ਵਾਲੇ ਨੂੰ, ਮੈਨੂੰ ਕੁਚੀਲ ਨੂੰ, ਗੰਦੇ ਮੈਲੇ ਕੱਪੜੇ ਪਾਏ ਨੂੰ ਮੈਨੂੰ ਇਹਨਾਂ ਸਤਿਕਾਰ ਦਿੱਤਾ ਹੈ। ਤੂੰ ਅਗਲੀ ਵਾਰ ਥੋੜਾ ਦੁਰਸਤ ਹੋ ਕੇ ਆਏਗਾ, ਫਿਰ ਉਹਦੇ 2 ਨੰਬਰ ਜੁੜ ਜਾਣਗੇ। ਇਸੇ ਤਰ੍ਹਾਂ 3 4 ਕਰਦੇ ਕਰਦੇ 100 ਚੋਂ 33 ਚਾਹੀਦੇ ਨੇ ਨਾ ਪਾਸ ਹੋਣ ਵਾਸਤੇ। ਤੇ ਇੱਕ ਦਿਨ ਐਸਾ ਆਏਗਾ ਫਿਰ ਉਹ 33 ਨੰਬਰ ਲੈ ਕੇ ਪਾਸ ਹੋ ਜਾਵੇਗਾ। ਤੇ ਜਦੋਂ ਉਹਨੂੰ ਸਤਿਕਾਰ ਮਿਲੇਗਾ ਗੁਰੂ ਘਰ ਦੇ ਵਿੱਚ, ਫਿਰ ਉਹ ਨਾਮ ਨਾਲ ਜੁੜੇਗਾ ਤੇ ਫਿਰ ਉਹ 100 ਦੇ ਵਿੱਚੋਂ 100 ਨੰਬਰ ਪ੍ਰਾਪਤ ਕਰ ਲੇਗਾ। ਤੇ ਜੇ ਆਪਾਂ ਪਹਿਲੇ ਦਿਨ ਹੀ ਉਹਨੂੰ ਡਾਂਟ ਦਿੱਤਾ, ਡੰਡਾ ਮਾਰ ਦਿੱਤਾ, ਝਿੜਕ ਦਿੱਤਾ, ਉਹਦਾ ਮਨ ਟੁੱਟ ਜਾਏਗਾ, ਉਹ ਮੁੜ ਕੇ ਆਏਗਾ ਨਹੀਂ, ਉਹ 0 ਤੇ ਹੀ ਰਹੇਗਾ। ਇਸੇ ਕਰਕੇ ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਭਗਤ ਰਵਿਦਾਸ ਜੀ ਢੋਰ ਢੋਂਦੇ, ਭਾਵ ਪਸ਼ੂ ਢੋਂਦੇ ਨੇ। ਪੁਰਾਤਨ ਸਮੇਂ 'ਚ ਉਹਨਾਂ ਦੇ ਕੰਮ ਸੀ ਪਸ਼ੂ ਮਰ ਜਾਣਾ, ਨਗਰ ਤੋਂ ਪਿੰਡ ਤੋਂ ਬਾਹਰ ਉਹਨਾਂ ਲੈ ਕੇ ਜਾਣਾ, ਉਹਨਾਂ ਦੀ ਡਿਊਟੀ ਹੈ। ਜਿਵੇਂ ਅੱਜ ਵੀ ਡਿਊਟੀਆਂ ਨੇ, ਕਈ ਕੰਮ ਪਲੰਬਰ ਕਰਦੇ ਨੇ, ਕੋਈ ਜਿਨ੍ਹਾਂ ਨੂੰ ਆਪਾਂ ਕਹਿੰਦੇ 4th ਕਲਾਸ ਦੇ ਨੇ। ਇਹ ਹੈ ਤੇ ਰੱਬ ਨੇ ਬਣਾਏ ਹੋਏ ਨਾ। ਜੇ ਆਪਾਂ ਕਹੀਏ ਕਿਤੇ ਨਾ ਕਿਤੇ ਵੀ ਆਪਾਂ ਸਭ ਕੁਝ ਇੱਕ ਕਰ ਦੇਣਾ, ਤੇ ਨਹੀਂ ਹੋ ਸਕਦਾ। ਆਖਰ ਤੇ ਜਿਹੜੀ ਇਹ ਸੇਵਾ ਹੈ, ਗਲੀਆਂ ਨਾਲੀਆਂ ਸਾਫ਼ ਕਰਨੀਆਂ ਨੇ, ਸਾਡੇ ਫਲਿਸਾਂ ਦੇ ਕੰਮ ਨੇ, ਹੋਰ ਇਹੋ ਜਿਹੇ ਜਿਹੜੇ ਕੰਮ ਨੇ, ਆਖਰ ਤੇ ਇਨਸਾਨ ਹੀ ਕਰ ਰਹੇ ਨੇ ਨਾ। ਠੀਕ ਹੈ, ਮਸ਼ੀਨਾਂ ਆ ਗਈਆਂ ਨੇ, ਲੇਕਿਨ ਉਹਨਾਂ ਨੂੰ ਚਲਾਉਣ ਵਾਸਤੇ ਵੀ ਤੇ ਇਨਸਾਨ ਹੀ ਰਹਿਣਗੇ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਨੇ ਪਸ਼ੂ ਮਰੇ ਚੁੱਕ ਕੇ ਲੈ ਕੇ ਜਾਣੇ, ਫਿਰ ਉਹਨਾਂ ਦੀ ਖੱਲ ਉਤਾਰਨੀ, ਖੱਲ ਉਤਾਰ ਕੇ ਉਹਨੂੰ ਸੁਕਾਉਣਾ, ਸੁਕਾ ਕੇ ਫਿਰ ਉਸ ਨੂੰ ਕੱਟਣਾ, ਉਸ ਚਮੜੇ ਦਾ ਫਿਰ ਜੋੜਾ ਜੁੱਤੀ ਬਣਾਉਣੀ ਤੇ ਫਿਰ ਜੁੱਤੀ ਪਹਿਨਾਉਣੀ। ਤੇ ਵੇਖੋ ਜੁੱਤੀ ਪਾ ਕੌਣ ਰਿਹਾ? ਜਿਹੜਾ ਚਮਾਰ ਨੂੰ ਮਾੜਾ ਕਹਿ ਰਿਹਾ, ਜਿਹੜਾ ਚਮੜੇ ਤੋਂ ਨਫ਼ਰਤ ਕਰ ਰਿਹਾ, ਜਿਹੜਾ ਇੱਕ ਮਰੀ ਹੋਈ ਚੂਹੀ ਚੁੱਕ ਕੇ ਬਾਹਰ ਨਹੀਂ ਸੁੱਟ ਰਿਹਾ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੀ ਪ੍ਰੀਖਿਆ ਸਮੇਂ ਇਹ ਸਵਾਲ ਰੱਖਿਆ, ਗੱਲ ਕੋਈ ਨਹੀਂ ਸੀ, ਚੂਹੀ ਕੋਈ ਵੀ ਸੁੱਟ ਸਕਦਾ ਸੀ, ਪਰ ਪਾਤਸ਼ਾਹ ਚਾਹੁੰਦੇ ਸੀ ਵੀ ਜਿਸ ਨੂੰ ਅਸੀਂ ਆਪਣੀ ਗੱਦੀ ਤੇ ਬਿਠਾਉਣਾ ਹੈ, ਆਪਣੀ ਜ਼ਿੰਮੇਵਾਰੀ ਜਿਨ੍ਹਾਂ ਨੂੰ ਦੇ ਰਹੇ ਹਾਂ, ਕਿ ਉਹ ਮਨੁੱਖਤਾ ਦੇ ਵਿੱਚ ਇਹ ਜਿਹੜੀ ਕੁਚੀਲਤਾ, ਜਿਨ੍ਹਾਂ ਦੀ ਸੋਚ ਮਰ ਚੁੱਕੀ ਹੈ, ਜਿਨ੍ਹਾਂ ਦੇ ਅੰਦਰ ਐਸੀ ਸੋਚ ਹੈ ਕਿ ਉਸ ਮਰੀ ਹੋਈ ਚੂਹੀ, ਭਾਵ ਕਿ ਮੁਰਦਾ ਜੋ ਹੋ ਚੁੱਕੇ ਨੇ, ਉਹਨਾਂ ਨੂੰ ਸਮਾਜ ਦੇ ਵਿੱਚੋਂ ਕੱਢ ਕੇ ਉਸ ਮੁਰਦਾਰ ਨੂੰ ਬਾਹਰ ਸੁੱਟ ਸਕਦੇ ਨੇ ਜਾਂ ਨਹੀਂ ਸੁੱਟ ਸਕਦੇ। ਇਹ ਮੁਰਦਾਰ ਜਿਹੜਾ ਜੋ ਮੁਰਦਾਰ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਮੁਰਦਾਰ ਕੀ ਹੈ? ਕੂੜ ਬੋਲ ਮੁਰਦਾਰ ਖਾਏ, ਝੂਠ ਬੋਲਣਾ ਮੁਰਦਾਰ ਹੈ।
ਅਸੀਂ ਮੁਰਦਾ ਚੁੱਕੀ ਫਿਰਦੇ ਹਾਂ ਤੇ ਨਫ਼ਰਤ ਕਰ ਰਹੇ ਹਾਂ ਚਮਾਰ ਦੇ ਨਾਲ। ਅਸੀਂ ਕੂੜ ਬੋਲ ਕੇ, ਝੂਠ ਬੋਲ ਕੇ ਮੁਰਦਾਰ ਖਾ ਰਹੇ ਹਾਂ। ਤੇ ਧੰਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਗਤ ਰਵਿਦਾਸ ਜੀ ਉਸ ਚਮੜੇ ਦੀ ਜੁੱਤੀ ਬਣਾਉਂਦੇ ਨੇ ਤੇ ਨਾਲ ਨਾਲ ਹੁਣ ਇੰਨਾ ਕੰਮ ਕਰਦੇ ਹੋਏ, ਹੁਣ ਜਿਹੜਾ ਕਿਆਸ ਕਰਿਓ, ਸਾਡੇ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਸਥਾਨਾਂ ਤੇ ਅੱਜ ਮੰਦਿਰ ਵਿੱਚ, ਮਸਜਿਦ ਵਿੱਚ ਇਹ ਗੱਲ ਆਉਂਦੀ ਹੈ ਕਿ ਉੱਥੇ ਮਾਸ ਸੁੱਟ ਦਿੱਤਾ, ਉੱਥੇ ਗਾਂ ਦਾ ਮਾਸ ਸੁੱਟ ਦਿੱਤਾ, ਉੱਥੇ ਦੂਜਾ, ਦੰਗੇ ਹੋ ਜਾਂਦੇ ਨੇ। ਲੇਕਿਨ ਕਦੀ ਇਨਸਾਨ ਗੁਰੂ ਦਰਬਾਰ ਦੇ ਵਿੱਚ ਆ ਜਾਵੇ ਤੇ ਆਪਾਂ ਉਹਨੂੰ ਕਵਾਂਗੇ ਵੀ ਤੂੰ ਤੇ ਚਮੜੇ ਦੀ ਖੱਲ ਲਾ ਕੇ ਆਇਆ, ਤੂੰ ਕਿਸ ਤਰ੍ਹਾਂ ਨਾਮ ਜਪਣਾ ਹੈ, ਤੇ ਫਿਰ ਹੁਣ ਇਸ਼ਨਾਨ ਕਰ, ਵਸਤਰ ਸਾਫ਼ ਪਾ। ਲੇਕਿਨ ਜਦੋਂ ਆਪਾਂ ਉਧਰ ਪੜ੍ਹਦੇ ਹਾਂ ਤੇ ਕਿਹੜੇ ਵੇਲੇ ਭਗਤ ਰਵਿਦਾਸ ਜੀ ਚਮੜਾ ਲਾਉਂਦੇ ਹੋਣਗੇ, ਸੁਕਾਉਂਦੇ ਹੋਣਗੇ, ਕੱਟਦੇ ਹੋਣਗੇ, ਜੁੱਤੀ ਬਣਾਉਂਦੇ ਹੋਣਗੇ, ਤੇ ਕਿਹੜੇ ਵੇਲੇ ਨਾਮ ਜਪਦੇ ਹੋਣਗੇ, ਸੋਚਣ ਦਾ, ਵਿਚਾਰ ਦਾ ਵਿਸ਼ਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਵਿਦਾਸ ਢੁਵੰਤਾ ਢੋਰ ਨੀਤ। ਫਿਰ ਨੀਤ ਦਾ ਭਾਵ ਹੈ ਰੋਜ਼ ਦਾ ਕੰਮ ਹੈ, ਇੱਕ ਦਿਨ ਦਾ ਨਹੀਂ। ਤਿਨ ਤਿਆਗੀ ਮਾਇਆ ਪ੍ਰਗਟ ਹੁਆ, ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿੱਧ ਸੁਣ ਕੇ ਜਾਟਰੋ। ਹੁਣ ਧਿਆਨ ਦੇਣਾ, ਭਗਤ ਧੰਨਾ ਜੀ ਦਾ ਸ਼ਬਦ ਇਸ ਕਰਕੇ ਕਿਉਂਕਿ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਹੈ। ਇਹ ਬਿੱਧ ਸੁਣ ਕੇ, ਇਹ ਤਰੀਕਾ ਸੁਣ ਕੇ, ਜਦੋਂ ਜੱਟ ਕਹਿੰਦਾ ਜੀ ਮੈਂ ਤੇ ਖੇਤੀ ਕਰਨ ਵਾਲਾ, ਇਹ ਢੰਗ ਤਰੀਕਾ ਵਿਧੀ ਸੁਣੀ ਵੀ ਭਗਤ ਰਵਿਦਾਸ ਸੈਣ ਨਾਈ ਕਬੀਰ ਜੁਲਾਹਾ ਕੱਪੜੇ ਬੁਣਨ ਵਾਲਾ ਅੱਗੇ ਨਿਕਲ ਗਿਆ। ਜੇ ਉਹਨਾਂ ਦਾ ਨਾਮ ਹੋ ਸਕਦਾ ਹੈ, ਉਹ 2.5 ਕੌਡੀਆਂ ਦੇ ਅੱਧੀ ਕੌਡੀ ਦਾ ਮੁੱਲ ਲੱਖਣ ਵਾਲੇ ਲੱਖਾਂ ਦੇ ਹੋ ਸਕਦੇ ਨੇ, ਤੇ ਮੈਂ ਖੇਤੀ ਕਰਨ ਵਾਲਾ, ਮੇਰਾ ਕਿਉਂ ਨਹੀਂ ਨਾਮ, ਮੈਂ ਕਿਉਂ ਨਹੀਂ ਜਪ ਸਕਦਾ। ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਤੇ ਹੋਇਆ ਕਿ ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਤੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਇਹ ਗੁਣ ਲੈਣੇ ਨੇ ਆਪਾਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚੋਂ ਅਸੀਂ ਉਹ ਗੁਣ, ਕਿਉਂਕਿ ਆ ਪਿੱਛੇ ਵਿਸਾਖੀ ਦਾ ਦਿਹਾੜਾ ਆਪ ਜੀ ਨੇ ਮਨਾਇਆ, ਤੇ ਗੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਿਹੜਾ ਸਮਾਂ ਆਪਾਂ ਮਿੱਥਦੇ ਆ ਨਾ ਕੈਲਕੂਲੇਟ ਕਰਕੇ, 1469 ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਤੇ 1699 ਤੱਕ ਜਿਹੜੇ ਬਣਦੇ ਨੇ 200 ਸਾਲ। ਸਤਿਗੁਰੂ ਪਾਤਸ਼ਾਹ ਜੀ ਦੇ ਇਹ 200 ਸਾਲ ਇਹ, ਤੇ ਉਸ ਤੋਂ ਅਗਲਾ ਸਾਲ ਜਿਹੜੇ ਨੇ ਇਹ ਬਣਦੇ ਨੇ 230 ਸਾਲ, ਜਦੋਂ 1469 ਤੋਂ ਲੈ ਕੇ ਤੇ 1699 ਤੱਕ। ਤੇ ਉਸ ਤੋਂ ਬਾਅਦ ਆਪਾਂ ਅਕਸਰ ਇਹ ਬਿਆਨ ਕਰਦੇ ਹਾਂ ਕਿ 239 ਸਾਲ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਸਮਾਂ ਇੰਨਾ ਲਾਇਆ। 1469 ਵਾਹਿਗੁਰੂ 1699 ਤੱਕ 230 ਸਾਲ, ਤੇ 1699 ਤੋਂ ਲੈ ਕੇ 1708 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੱਕ 9 ਸਾਲ ਹੋ, ਤੇ ਸਮਾਂ ਬਣਦਾ 239 ਸਾਲ। ਇੱਕ ਦਿਨ ਦੇ ਵਿੱਚ ਨਹੀਂ ਸਿੱਖ ਤਿਆਰ ਕੀਤਾ ਗਿਆ, ਇੰਨਾ ਲੰਮਾ ਸਮਾਂ ਲੱਗਦਾ। ਅਸੀਂ ਇੱਕ ਦਿਨ ਦੇ ਵਿੱਚ ਰਿਜ਼ਲਟ ਲੱਭ ਰਹੇ ਹਾਂ। ਅਸੀਂ ਕਹਿੰਦੇ ਜੇ ਅੱਜ ਹੀ ਅੰਮ੍ਰਿਤ ਛਕਿਆ ਤੇ ਅੱਜ ਹੀ ਰਿਜ਼ਲਟ ਸਾਹਮਣੇ ਆਉਣਾ ਚਾਹੀਦਾ, ਫਸਟ ਹੋਣਾ ਚਾਹੀਦਾ। ਨਹੀਂ, ਪਹਿਲੋਂ ਮਨ ਬਣਾਉਣਾ ਪਏਗਾ, ਫਿਰ ਸੇਵਾ ਕਰਨੀ ਪਏਗੀ, ਸਿਮਰਨ ਕਰਨਾ ਪਏਗਾ, ਕੁਰਬਾਨੀ ਇਹ ਲਾਸਟ ਵਿੱਚ ਹੈ। ਅਸੀਂ ਤੇ ਪਹਿਲੋਂ ਹੀ ਤਿਆਰ ਹੋ ਜਾਂਦੇ ਆ, ਮਰਨ ਵਾਸਤੇ ਤਿਆਰ ਆ, ਲੇਕਿਨ ਜਿਹੜਾ ਸੇਵਾ ਤੇ ਸਿਮਰਨ ਸੀ ਉਹ ਨਹੀਂ ਲੈ ਕੇ ਚੱਲੇ। ਇਸੇ ਕਰਕੇ ਸ਼ਹਾਦਤ ਨੂੰ ਮੁੱਖ ਰੱਖ ਲਿਆ ਜਾਂਦਾ ਹੈ, ਤੇ ਉਸ ਸ਼ਹਾਦਤ ਦਾ ਮੁੱਲ ਵੀ ਨਹੀਂ ਪੈਂਦਾ। ਮੁੱਲ ਉਦੋਂ ਪੈਂਦਾ ਜਦੋਂ ਸ਼ਹਾਦਤ ਸਾਡੀ ਸੇਵਾ ਤੇ ਸਿਮਰਨ ਵਿੱਚੋਂ ਨਿਕਲੇਗੀ, ਤੇ ਸੇਵਾ ਤੇ ਸਿਮਰਨ ਕਰਨ ਵਾਲੇ ਦੀ ਜਦੋਂ ਸ਼ਹਾਦਤ ਹੁੰਦੀ ਹੈ ਗੁਰੂ ਪਿਆਰ ਵਾਲਿਓ, ਉਸ ਸ਼ਹਾਦਤ ਦਾ ਫਿਰ ਜਿਹੜਾ ਕਤਰਾ ਖੂਨ ਦਾ ਹੁੰਦਾ ਹੈ ਉਹ ਹਜ਼ਾਰਾਂ ਕੀ ਕਰੋੜਾਂ ਲੋਕਾਂ ਨੂੰ ਜੀਵਨ ਬਖਸ਼ ਦਿੰਦਾ ਹੈ। ਤੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਉਹਨਾਂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ। ਉਹਨਾਂ ਨੇ ਗੱਲ ਹੀ ਸਿਮਰਨ ਤੋਂ ਸ਼ੁਰੂ ਕੀਤੀ ਹੈ।
ਫਿਰ ਜਦੋਂ ਆਪਾਂ ਪਹਿਲਾ ਸ਼ਬਦ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤੁਰਕੀ ਬਾਣੀ ਦੇ ਵਿੱਚ ਜੋ ਅੰਕਿਤ ਹੈ, ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਸਭ ਤੋਂ ਪਹਿਲਾਂ ਹੈ ਮਨ ਦੇ ਮਾਨ ਨੂੰ ਤਿਆਗਣਾ, ਅਹੰਕਾਰ ਨੂੰ ਤਿਆਗਣਾ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਫੁਰਮਾਨ ਕਰਦੇ ਨੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਪਹਿਲੀਆਂ ਪੰਕਤੀਆਂ ਵਿੱਚ ਵੀ ਇਹੀ ਆਉਂਦਾ ਹੈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਦਰਅਸਲ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਇਹ ਆਤਮਾ ਜੀ ਪਰਮਾਤਮਾ ਦੀ ਅੰਸ਼ ਹੈ ਤੇ ਵਿਤਕਰਾ ਕਿਉਂ ਹੈ, ਵਿੱਥ ਕਿਉਂ ਪੈ ਜਾਂਦੀ ਹੈ? ਵਿੱਥ ਪੈਂਦੀ ਹੈ ਹਉਮੈ ਕਰਕੇ। ਇਹ ਹਉਮੈ ਰੋਗ ਹੈ, ਹਉਮੈ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹਾਂ। ਤੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸੇ ਕਰਕੇ ਸਾਧੋ ਸਾਧੋ ਲਫ਼ਜ਼ ਵਰਤਿਆ। ਸਾਧਨਾ ਕਰਨ ਵਾਲੇ ਜਿੰਨੇ ਵੀ ਨਾਮ ਸਿਮਰਨ ਵਾਲੇ ਪਾਸੇ ਚੱਲਣ ਵਾਲੇ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਕਹਿ ਰਹੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਿ ਆਪਣੇ ਮਨ ਦੀ ਜਿਹੜਾ ਮਾਨ ਹੈ, ਹੰਕਾਰ ਹੈ, ਇਸ ਦਾ ਤਿਆਗ ਕਰੋ। ਇਹ ਗੁਣ ਜਿਹੜੇ ਨੇ ਨਾ ਗੁਰੂ ਪਾਤਸ਼ਾਹ ਨੇ ਇਕੱਤਰ ਕਰਕੇ ਪ੍ਰੈਕਟੀਕਲ ਕਰਕੇ ਫਿਰ ਸਾਨੂੰ ਬਖਸ਼ਿਸ਼ ਕੀਤੇ ਨੇ ਤੇ ਉਹ ਕੀ ਬਣ ਗਿਆ? ਗੁਣੀ ਨਿਧਾਨ ਖਾਲਸਾ। ਗੁਣਾਂ ਦਾ ਖਜ਼ਾਨਾ ਹੈ ਖਾਲਸਾ। ਖਾਲਸੇ ਕੋਲ ਇੱਕ ਗੁਣ ਨਹੀਂ ਹੈ, ਬੇਅੰਤ ਗੁਣ ਨੇ। ਪੁਰਾਤਨ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਲਿਖਤ ਪੜ੍ਹਦੇ ਹਾਂ ਜਾਂ ਗੁਰਬਾਣੀ ਦੀ ਵਿਚਾਰਧਾਰਾ ਵੇਖਦੇ ਹਾਂ ਤੇ ਸੁਲੱਖਣੀ, ਜਿੱਥੇ ਸੁਲੱਖਣੀ ਇਸਤਰੀ ਦੀ ਗੱਲ ਹੈ, ਉਸ ਇਸਤਰੀ ਦੇ 32 ਗੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਹੁਣ ਇੱਕ ਗੁਣ ਤੇ ਨਹੀਂ ਨਾ, ਅੱਜ ਤੇ ਅਸੀਂ ਇੱਕ ਵਿਦਿਆ ਪ੍ਰਾਪਤ ਕਰ ਲਈਏ, ਇੱਕ ਗੁਣ ਸਾਡੇ ਕੋਲ ਆ ਜਾਏ ਤੇ ਅਸੀਂ ਦੂਸਰੇ ਨਾਲ ਰਲਦੇ ਹੀ ਨਹੀਂ। ਅੱਜ ਅੰਮ੍ਰਿਤ ਛਕ ਕੇ ਆਪਾਂ ਇਹ ਗੱਲ ਕਹੀਏ ਵੀ ਅਸੀਂ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਾਡੇ ਅੰਦਰ ਮਾਨ ਆ ਜਾਂਦਾ, ਹੰਕਾਰ ਆ ਜਾਂਦਾ ਵੀ ਮੈਂ ਅੱਜ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਮੈਂ ਹੁਣ ਉਹਦੇ ਨਾਲ ਨਹੀਂ ਬੋਲਣਾ ਜਿੰਨੇ ਜਪਜੀ ਸਾਹਿਬ ਨਹੀਂ ਪੜ੍ਹਿਆ। ਇਹ ਨਸ਼ੇ ਖਾਂਦਾ ਹੈ, ਇਹ ਕੇਸ ਕਤਲ ਕਰਦਾ ਹੈ, ਇਹਦੇ ਨਾਲ ਨਹੀਂ ਬੋਲਣਾ। ਕਿਉਂ? ਕਿਉਂਕਿ ਮੈਂ ਜਪਜੀ ਸਾਹਿਬ ਦਾ ਪਾਠ ਕਰ ਚੁੱਕਾ। ਸੰਗਤ ਦਾ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਵੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਕਰਕੇ ਸੰਗਤ ਦੇ ਵਿੱਚ ਆਉਣਾ ਅਤ ਲਾਜ਼ਮੀ ਹੈ। ਸੰਗਤ ਦੇ ਵਿੱਚ ਆਉਣਾ ਹੈ ਕਿਉਂਕਿ ਕਿਤੇ ਮੈਂ ਘਰ ਬੈਠਾ ਹੋਇਆ ਇਹ ਨਾ ਸੋਚ ਲਵਾਂ ਵੀ ਮੇਰੇ ਵਰਗਾ ਦਾਨੀ ਕੋਈ ਨਹੀਂ, ਮੈਂ ਤੇ ਉਗਰਾਈ ਸਭ ਤੋਂ ਵੱਧ ਦਿੱਤੀ ਹੈ। ਜਦੋਂ ਸੰਗਤ ਵਿੱਚ ਆਵਾਂਗੇ ਉਦੋਂ ਪਤਾ ਲੱਗੇਗਾ ਕਿ ਮੇਰੇ ਤੋਂ ਵੱਧ ਵੀ ਇੱਥੇ ਦਾਨ ਕਰਨ ਵਾਲੇ ਬੈਠੇ ਨੇ। ਮੈਂ ਜਪਜੀ ਸਾਹਿਬ ਪੜ੍ਹ ਕੇ ਘਰ ਬੈਠਾ ਰਵਾਂ ਕਿ ਮੈਂ ਅੱਜ ਜਪਜੀ ਸਾਹਿਬ ਦਾ ਪਾਠ ਕੀਤਾ। ਜਦੋਂ ਸੰਗਤ ਦੇ ਵਿੱਚ ਆਵਾਂਗੇ ਤੇ ਸਾਨੂੰ ਇੱਥੇ ਆ ਕੇ ਪਤਾ ਲੱਗੇਗਾ ਵੀ ਇੱਥੇ ਤੇ 21 ਪਾਠ ਜਪਜੀ ਸਾਹਿਬ ਦੇ ਕਰਨ ਵਾਲੇ ਬੈਠੇ ਨੇ, ਇੱਥੇ ਤੇ ਸਹਿਜ ਪਾਠ ਕਰਨ ਵਾਲੇ ਬੈਠੇ ਨੇ। ਇਸ ਕਰਕੇ ਸੰਗਤ ਦੇ ਵਿੱਚ ਆਉਣਾ ਤਾਂ ਕਿ ਸਾਡੀ ਹਉਮੈ ਮੈਂ ਖਤਮ ਹੋ ਜਾਵੇ। ਝੂਠੇ ਬਰਤਨ ਸਾਫ਼ ਕਰਨੇ ਨੇ, ਸੰਗਤ ਦੇ ਵਿੱਚ ਜਲ ਵਰਤਾਉਣਾ ਹੈ, ਲੰਗਰ ਵਰਤਾਉਣਾ ਹੈ। ਇਹ ਇਸੇ ਕਰਕੇ ਹੈ। ਇਹ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤਾਂ ਕਿ ਸਾਡੇ ਅੰਦਰ ਹਉਮੈ ਨਾ ਆਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਨਾ ਦਰਸ਼ਨ ਕਰਨ ਵਾਸਤੇ, ਤੇ ਆਪਾਂ ਅਕਸਰ ਸਰਵਣ ਕਰਦੇ ਹਾਂ ਕਿ ਅੰਬਰ ਸਰੀਏ ਅੰਦਰ ਸੜੀਏ, ਵੀ ਜਿਹੜੇ ਅੰਮ੍ਰਿਤਸਰ ਵਾਲੇ ਨੇ ਉਹਨਾਂ ਦੇ ਅੰਦਰ ਸੜੇ ਹੋਏ ਨੇ। ਲੇਕਿਨ ਜਦੋਂ ਆਪਾਂ ਇਤਿਹਾਸਕ ਸਰੋਤ ਪੜ੍ਹਦੇ ਹਾਂ ਉੱਥੇ ਅੰਕਿਤ ਹੈ, ਦਰਅਸਲ ਉਸ ਜਗ੍ਹਾ ਦੇ ਉੱਤੇ ਸੋਢੀ ਮਿਹਰਬਾਨ ਜਿਹੜਾ ਪ੍ਰਿਥੀ ਚੰਦ ਦੇ ਅੰਸ਼ ਵੰਸ਼ ਵਿੱਚੋਂ ਸੀ, ਉਸ ਦਾ ਹੀ ਅੱਗੇ ਪੁੱਤਰ ਹਰਜੀ, ਉਹ ਸੋਢੀ ਹਰਜੀ ਉਸ ਟਾਈਮ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਪ੍ਰਬੰਧ ਉਹਦੇ ਕੋਲ ਹੈ। ਉਹਦੇ ਅੱਗੋਂ ਮਸੰਦ ਸੋਢੀ ਹਰਜੀ ਮਿਹਰਬਾਨ ਤੋਂ ਬਾਅਦ ਜਿਹੜਾ ਸੀ ਉਹਦੇ ਅੰਦਰ ਸਤਕਾਰ ਸੀ, ਲਿਆਕਤ ਸੀ, ਬਹੁਤ ਅੱਛਾ ਪ੍ਰਬੰਧ ਦੇਖ ਰੇਖ ਕਰ ਰਿਹਾ ਸੀ। ਪਰ ਸੋਢੀ ਹਰਜੀ ਦੇ ਜਿਹੜੇ ਅੱਗੇ ਚੇਲੇ ਸੀ, ਮਸੰਦ ਸੀ, ਉਹ ਕਰਪਸ਼ਨ ਕਰਦੇ ਸੀ।
ਉਹਨਾਂ ਨੇ ਗਲਤ ਵਿਚਾਰਧਾਰਾ ਪ੍ਰਚਲਿਤ ਕਰਕੇ ਹੀ, ਉਹਨਾਂ ਦੀ ਬਦੌਲਤ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਡਰ ਸੀ ਵੀ ਜੇ ਇਹ ਆ ਗਏ ਤੇ ਹੋ ਸਕਦਾ ਸਾਡਾ ਜਿਹੜਾ ਮਕਸਦ ਚੱਲ ਰਿਹਾ ਹੈ, ਸਾਡਾ ਜਿਹੜਾ ਖਾਣ ਪੀਣ ਦਾ ਔਰ ਜਿਉਣ ਦਾ ਢੰਗ ਚੱਲ ਰਿਹਾ ਹੈ, ਇਹ ਹੋ ਸਕਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਗਏ ਨੇ, ਕਿਤੇ ਇਹ ਨਾ ਹੋਵੇ ਸਾਡੇ ਹੱਥੋਂ ਸਾਰਾ ਕੁਝ ਜਾਂਦਾ ਰਹੇ। ਤੇ ਧੰਨ ਸਤਿਗੁਰੂ ਪਾਤਸ਼ਾਹ ਜਦੋਂ ਬਾਹਰੋਂ ਨਮਸਕਾਰ ਕਰਕੇ ਉਸ ਜਗ੍ਹਾ ਤੇ ਅਸਥਾਨ ਬਣਿਆ ਜਿੱਥੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਮਸਕਾਰ ਕਰਕੇ ਤੇ ਜਾਂਦੇ ਨੇ। ਇਤਿਹਾਸਕ ਸਰੋਤ ਦੇ ਵਿੱਚ ਹਵਾਲਾ ਹੈ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਦੇਣਾ, ਅੰਮ੍ਰਿਤ ਸਰ, ਸਰ ਕਹਿੰਦੇ ਸਰੋਵਰ ਨੂੰ, ਅੰਮ੍ਰਿਤ ਕਹਿੰਦੇ ਨੇ ਅੰਮ੍ਰਿਤ, ਜਿਵੇਂ ਕਿ ਨਾਮ ਅੰਮ੍ਰਿਤ, ਜਿਹਦੇ ਅੰਦਰ ਮਿਠਾਸ ਹੈ, ਧਾਰਮਿਕਤਾ ਹੈ, ਧਰਮ ਹੈ, ਕਿ ਤੁਸੀਂ ਅੰਮ੍ਰਿਤ ਸਰੋਵਰ ਦੇ ਕੋਲ ਰਹਿਣ ਵਾਲੇ ਨਹਿ ਮਸੰਦ। ਕਿਉਂਕਿ ਮਸੰਦ ਵੀ ਨਹੀਂਗੇ, ਕਿਉਂਕਿ ਮਸੰਦ ਦੇ ਵੀ ਅਰਥ ਬੜੇ ਪ੍ਰਮਾਣਿਕ ਨੇ। ਮਸੰਦ ਲਫ਼ਜ਼ ਦੇ ਅਰਥ ਨੇ ਮਸਨਦ, ਮਸਨਦ ਦੇ ਅਰਥ ਨੇ ਉੱਚੇ ਅਹੁਦੇ ਵਾਲਾ। ਜਿਵੇਂ ਇੱਕ ਆਗੂ ਬਣਾ ਦਿੰਦੇ ਆ, ਉਸ ਟਾਈਮ ਮਸੰਦ ਲਫ਼ਜ਼ ਦਾ ਇੰਨਾ ਸਤਿਕਾਰ ਸੀ ਕਿ ਇਹ ਉੱਚੇ ਅਹੁਦੇ ਵਾਲਾ ਹੈ, ਇਹ ਆਗੂ ਹੈ। ਲੇਕਿਨ ਉੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਕਿ ਤੁਸੀਂ ਅੰਮ੍ਰਿਤ ਸਰੋਵਰ ਦੇ ਕੋਲ ਰਹਿ ਕੇ ਵੀ ਤੁਹਾਡੇ ਅੰਦਰ ਪਿਆਰ ਪ੍ਰਗਟ ਨਹੀਂ ਹੋਇਆ, ਤੁਹਾਡੇ ਅੰਦਰ ਨਿਮਰਤਾ ਨਹੀਂ ਆਈ, ਤੇ ਤੁਸੀਂ ਹਉਮੈ ਦੇ ਸ਼ਿਕਾਰ ਹੋ ਕੇ ਕਰਪਸ਼ਨ, ਭ੍ਰਿਸ਼ਟਾਚਾਰ, ਦੰਭ, ਪਖੰਡ ਤੁਹਾਡੇ ਅੰਦਰ ਘਰ ਕਰ ਗਿਆ, ਤੇ ਤੁਸੀਂ ਕੀ ਕਰ ਰਹੇ ਹੋ? ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇਹ ਪੰਕਤੀਆਂ ਨੇ ਦਰੁਸਤ। ਤ੍ਰਿਸ਼ਨਾ ਅਗਨ ਤੇ, ਤ੍ਰਿਸ਼ਨਾ ਤੁਹਾਡੇ ਅੰਦਰ ਤ੍ਰਿਸ਼ਨਾ ਹੈ, ਤੁਹਾਡੇ ਅੰਦਰ ਪੈਸਾ ਇਕੱਠਾ ਕਰਨ ਦੀ ਤ੍ਰਿਸ਼ਨਾ ਹੈ। ਤ੍ਰਿਸ਼ਨਾ ਦੀ ਅੱਗ ਸਤਿਗੁਰੂ ਪਾਤਸ਼ਾਹ ਕਹਿੰਦੇ ਬੁਝਦੀ ਨਹੀਂ। ਇਹ ਸਹਸ ਖਟੇ ਲੱਖੋ ਉਠਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਤ੍ਰਿਸ਼ਨਾ ਜਿਹੜੀ ਬੁਝਦੀ ਨਹੀਂ, ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਅਗਨ, ਅਗਨ ਕਹਿੰਦੇ ਅੱਗ ਨੂੰ। ਹੁਣ ਦੋ ਅੱਗਾਂ ਇਕੱਠੀਆਂ ਹੋ ਗਈਆਂ, ਤ੍ਰਿਸ਼ਨਾ ਵੀ ਆਪਣੇ ਆਪ ਚ ਅੱਗ ਹੈ ਤੇ ਅੱਗ ਤੇ ਅੱਗ ਹੈ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਹੇ ਹੋ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਵੀ ਅੰਦਰੋਂ ਸੜੇ ਹੋਏ ਹੋ ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ। ਇਹ ਲਫ਼ਜ਼ ਹੈ। ਤੇ ਜਦੋਂ ਇੱਥੋਂ ਚਲੇ ਗਏ ਸਤਿਗੁਰੂ ਪਾਤਸ਼ਾਹ ਜੀ ਵੱਲੇ ਪਿੰਡ ਲਾਗੇ ਚਲੇ ਗਏ, ਵੱਲੇ ਵੱਲ। ਉੱਥੇ ਜਦੋਂ ਗਏ ਤੇ ਉੱਥੋਂ ਦੀ ਸੰਗਤ ਨੂੰ ਪਤਾ ਲੱਗਾ, ਬੀਬੀਆਂ ਭੈਣਾਂ ਦਾ ਜ਼ਿਕਰ ਉੱਥੇ ਬਹੁਤ ਮਾਇਨੇ ਰੱਖਦਾ ਹੈ, ਕਿ ਬੀਬੀਆਂ ਭੈਣਾਂ ਨੂੰ ਜਦੋਂ ਪਤਾ ਲੱਗਾ, ਕਿਉਂਕਿ ਔਰਤ ਨੂੰ ਸਤਿਗੁਰੂ ਪਾਤਸ਼ਾਹ ਨੇ ਗੁਣ ਬਖਸ਼ਿਸ਼ ਕੀਤੇ ਨੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲੋਂ ਵੀ ਔਰਤ ਨੂੰ ਜਿਹੜੀ ਹੈ ਇਹ ਵਿਸ਼ਾਲਤਾ ਦਿੱਤੀ ਹੈ। ਔਰਤ ਦਾ ਹਿਰਦਾ ਵਿਸ਼ਾਲ ਹੈ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਬੜਾ ਸਤਿਕਾਰ ਕੀਤਾ, ਸਤਿਕਾਰ ਦਿੱਤਾ, ਜੀ ਆਇਆਂ ਕਿਹਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ। ਤੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉੱਥੇ ਉਚਾਰਨ ਕੀਤਾ ਸੀ, ਮਾਈਆਂ ਰੱਬ ਰਜਾਈਆਂ ਤੇ ਭਗਤੀ ਲਾਈਆਂ। ਵੀ ਇਹ ਮਤਾਵਾਂ ਮਾਈਆਂ, ਭਾਵ ਕਿ ਮਾਈਆਂ ਜਿਹੜੀਆਂ ਮਤਾਵਾਂ ਨੇ, ਬੀਬੀਆਂ ਨੇ, ਇਹ ਰੱਬ ਰਜਾਈਆਂ। ਰਜਾਈਆਂ ਦੇ ਦੋ ਅਰਥ ਵਿਦਵਾਨਾਂ ਕੀਤੇ, ਕਿ ਇੱਕ ਰੱਬ ਦੀ ਰਜਾ ਦੇ ਵਿੱਚ ਰਹਿਣ ਵਾਲੀਆਂ, ਤੇ ਦੂਸਰਾ ਇਹ ਗੁਰੂ ਘਰ ਦੇ ਵਿੱਚੋਂ ਹਰ ਪੱਖ ਤੋਂ ਰੱਜੀਆਂ ਹੋਈਆਂ ਨੇ। ਤੇ ਰੱਜੀਆਂ ਹੋਈਆਂ ਨੇ, ਤੇ ਜਦੋਂ ਜਿਹੜਾ ਬੰਦਾ ਰੱਜਿਆ ਹੋਵੇ, ਸਤਿਗੁਰੂ ਪਾਤਸ਼ਾਹ ਫਿਰ ਕਹਿੰਦੇ ਹਰ ਪੱਖ ਤੋਂ ਸੰਤੁਸ਼ਟ ਹੁੰਦਾ ਹੈ। ਤੇ ਭਗਤੀ ਲਾਈਆਂ, ਭਗਤੀ ਲਾਈਆਂ ਵੀ ਲਫ਼ਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉੱਥੇ ਵਰਤਿਆ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਫਿਰ ਕੋਈ ਸੰਗਤ ਨੂੰ ਪਤਾ ਲੱਗਾ, ਹੋਰ ਸੰਗਤ ਜਿਹੜੀ ਉੱਥੇ ਵੱਲੇ ਨਗਰ ਦੇ ਵਿੱਚ, ਕਿ ਇੱਥੋਂ ਦਰਬਾਰ ਸਾਹਿਬ ਤੋਂ ਕੁਝ ਮਸੰਦਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਦਰਸ਼ਨ ਨਹੀਂ ਕਰਨ ਦਿੱਤੇ, ਉਹਨਾਂ ਸੰਗਤਾਂ ਨੇ ਵੱਲੇ ਨਗਰ ਵਿੱਚ ਜਾ ਕੇ ਫਿਰ ਸਤਿਗੁਰੂ ਪਾਤਸ਼ਾਹ ਤੋਂ ਖਿਮਾ ਜਾਚਨਾ ਕੀਤੀ, ਔਰ ਸਤਿਗੁਰੂ ਪਾਤਸ਼ਾਹ ਜੀ ਦਾ ਉੱਥੇ ਜਾ ਕੇ ਸਤਿਕਾਰ ਕੀਤਾ। ਤੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਜਦੋਂ ਆਪਾਂ ਵਾਚਦੇ ਹਾਂ ਨਾ,
ਨਿਡਰਤਾ, ਦ੍ਰਿੜਤਾ, ਤਿਆਗ, ਵੈਰਾਗ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਚੋਂ ਸਾਨੂੰ ਮਿਲਦਾ ਹੈ। ਮੈਂ ਦਿਨ ਦੇ ਸਮੇਂ ਵੇਖ ਰਿਹਾ ਸਾਂ ਕਿ ਮੁਸਲਮਾਨ ਬੱਚੀਆਂ, ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਣ ਵਾਲੀਆਂ ਭੈਣਾਂ, ਉਹਨਾਂ ਨੇ ਇੱਕ ਵਿੰਗ ਤਿਆਰ ਕੀਤਾ ਹੈ ਤੇ ਉਹ ਮਿੱਠੇ ਜਲ ਦੀ ਛਬੀਲ ਸੰਗਤਾਂ 'ਚ ਜਲ ਵਰਤਾ ਰਹੀਆਂ ਸੀ। ਤੇ ਮੈਨੂੰ ਯਾਦ ਆਇਆ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਦੋਂ ਸ਼ਹਾਦਤ ਹੁੰਦੀ ਹੈ ਨਾ, ਤੇ ਸਤਿਗੁਰੂ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਬਹੁਤ ਘੱਟ ਹੱਸੇ ਨੇ, ਹੱਸੇ ਨਹੀਂ। ਗੁਰੂ ਕੀ ਬਾਣੀ ਦੇ ਵਿੱਚ ਆਉਂਦਾ, ਕਿਉਂਕਿ ਆਪਾਂ ਪੜ੍ਹਿਆ ਹੈ ਨਾ ਵੀ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਵੈਰਾਗ ਸ਼ੁਰੂ ਹੋ ਗਿਆ ਸੀ। ਜਦੋਂ ਵੈਰਾਗ ਸ਼ੁਰੂ ਹੋ ਜਾਏ ਤੇ ਫਿਰ ਦੁਨਿਆਵੀ ਵਸਤੂਆਂ ਦੇ ਨਾਲ, ਦੁਨਿਆਵੀ ਚੀਜ਼ਾਂ ਦੇ ਨਾਲ ਪਿਆਰ, ਮੋਹ, ਮਾਇਆ ਜਿਹੜੀ ਹੈ ਉਹ ਘਟ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਹੱਸੇ ਕਦੋਂ ਨੇ? ਜੋ ਗੁਰਬਾਣੀ ਦੇ ਵਿੱਚ ਅੰਕਿਤ ਹੈ ਕਿ ਜਿਹੜੇ ਭਗਤ ਜਨ ਨੇ, ਨਾਮ ਜਪਣ ਵਾਲੇ ਨੇ, ਕਦੋਂ ਹੱਸਦੇ ਨੇ? ਹਰ ਜਨ ਗੁਣ ਗਾਵਤ ਹੱਸਿਆ। ਗੁਰੂ ਪਾਤਸ਼ਾਹ ਕਹਿੰਦੇ ਹਰੀ ਦਾ ਜਨ ਜਿਹੜਾ ਹੈ ਨਾ, ਉਹ ਕਦੋਂ ਹੱਸਦਾ ਹੈ? ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣ ਗਾ ਕੇ ਹੱਸਦਾ, ਗੁਣ ਗਾਉਂਦਾ ਹੱਸਦਾ। ਆਪਾਂ ਹਾਸੇ ਹੱਸਦੇ ਆ ਦੂਜਿਆਂ ਨੂੰ ਚੜਾਉਣ ਵਾਸਤੇ, ਦੂਜਿਆਂ ਨੂੰ ਵਿਖਾਉਣ ਵਾਸਤੇ, ਕਿਸੇ ਦੀ ਖਿੱਲੀ ਉਡਾਉਣ ਵਾਸਤੇ ਹਾਸੇ ਹੱਸੇ ਜਾਂਦੇ ਨੇ। ਪਰ ਜਿਹੜਾ ਨਾਮ ਜਪਣ ਵਾਲਾ ਹੈ ਗੁਰੂ ਪਿਆਰ ਵਾਲਿਓ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਹੱਸਦਾ। ਹਰ ਜਨ ਗੁਣ ਗਾਵਤ ਹੱਸਿਆ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਜਰੇ ਵਿੱਚ ਬੰਦ ਨੇ। ਪਿੰਜਰਾ ਵੀ ਉਹ ਨਾ ਸਿੱਧੇ ਖੜੇ ਹੋਇਆ ਜਾ ਸਕਦਾ, ਨਾ ਪਾਸਾ ਬਦਲਿਆ ਜਾ ਸਕਦਾ, ਐਸਾ ਪਿੰਜਰਾ ਤਿਆਰ ਕੀਤਾ। ਤੇ ਜਦੋਂ ਕਾਜੀ ਨੇ ਉਹ ਫਤਵਾ ਸੁਣਾਇਆ ਤੇ ਗੱਲ ਕਹੀ ਵੀ ਤੁਸੀਂ ਜਾਂ ਤੇ ਮੁਸਲਮਾਨ ਬਣੋ, ਜਾਂ ਕਰਾਮਾਤ ਵਿਖਾਓ, ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਤਿੰਨ ਸਵਾਲ ਰੱਖੇ ਤੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਹੱਸੇ ਨੇ। ਇੱਕ ਵਿਦਵਾਨ ਨੇ ਲਿਖਿਆ ਹੈ, ਉਹ ਕਹਿੰਦਾ ਹੱਸੇ ਕਿਉਂ? ਹੱਸੇ ਇਸ ਕਰਕੇ ਵੀ ਕਹਿ ਰਹੇ ਨੇ ਵੀ ਇਹ ਕਾਜੀ ਮੈਨੂੰ ਕਹਿ ਰਿਹਾ ਮੁਸਲਮਾਨ ਬਣ ਜਾ। ਤੇ ਹੱਸੇ ਇਸ ਕਰਕੇ ਵੀ ਜਿਹੜਾ ਅਜੇ ਆਪ ਮੁਸਲਮਾਨ ਨਹੀਂ, ਜਿਹੜਾ ਅਜੇ ਆਪ ਮੁਸਲਮਾਨ ਨਹੀਂ, ਉਹ ਮੈਨੂੰ ਕਹਿ ਰਿਹਾ ਵੀ ਮੁਸਲਮਾਨ ਬਣ ਜਾ। ਹਾਸਾ ਇਸ ਕਰਕੇ ਆ ਰਿਹਾ। ਤੇ ਆਪ ਮੁਸਲਮਾਨ ਕਿਉਂ ਨਹੀਂ? ਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਪੜੋ ਕਿ ਮੁਸਲਮਾਨ ਕੌਣ ਹੈ। ਤੇ ਪਾਤਸ਼ਾਹ ਕਹਿੰਦੇ ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ। ਇਹ ਮੁਸਲਮਾਨ ਦੀ ਪਰਿਭਾਸ਼ਾ ਹੈ। ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਈ ਚੰਗਾ ਮੁਸਲਮਾਨ ਬਣ। ਸਤਿਗੁਰੂ ਪਾਤਸ਼ਾਹ ਨੇ ਕਿ ਜਿੰਨੇ ਵੀ ਮੁਸਲਮਾਨ ਭਰਾ ਗੁਰੂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੇ ਵਿੱਚ ਆਏ ਨੇ, ਨਾਲ ਉਹਨਾਂ ਨੇ ਸੰਗ ਨਿਭਾਇਆ। ਤੇ ਗੁਰੂ ਪਿਆਰ ਵਾਲਿਓ, ਉਹ ਸਾਰੇ ਮੁਸਲਮਾਨ ਭਰਾਵਾਂ ਨੂੰ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ, ਜਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਸਿੱਖ ਬਣੋ। ਉਹਨਾਂ ਨੂੰ ਕਿਹਾ ਕੀ ਹੈ? ਸੱਚੇ ਮੁਸਲਮਾਨ ਬਣੋ। ਤੁਸੀਂ ਮੁਸਲਮਾਨ ਹੋ ਤੇ ਤੁਸੀਂ ਸੱਚੇ ਮੁਸਲਮਾਨ ਬਣੋ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ, ਮੁਸਲਮਾਨ ਕਹਾਵਣ ਮੁਸ਼ਕਲ। ਮੁਸਲਮਾਨ ਕਹਾਵਣਾ ਕੋਈ ਛੋਟੀ ਗੱਲ ਨਹੀਂ, ਪਰ ਮੁਸ਼ਕਲ ਹੈ, ਬਹੁਤ ਵੱਡੀ ਗੱਲ ਹੈ। ਕਿਉਂਕਿ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ, ਉਸ ਅਕਾਲ ਪੁਰਖ ਖੁਦਾ ਨੂੰ ਜਿਹੜਾ ਲਾ ਸ਼ਰੀਕ ਹੈ, ਉਹਨੂੰ ਮੰਨਦਾ, ਕੇਵਲ ਉਸ ਨੂੰ ਮੰਨਦਾ, ਹੋਰ ਕਿਸੇ ਨੂੰ ਨਹੀਂ ਮੰਨਦਾ। ਸਤਿਗੁਰੂ ਪਾਤਸ਼ਾਹ ਉਦੋਂ ਹੱਸੇ ਨੇ ਵੀ ਇਹ ਤੇ ਅਜੇ ਆਪ ਮੁਸਲਮਾਨ ਨਹੀਂ ਤੇ ਮੈਨੂੰ ਕਹਿ ਰਹੇ ਨੇ ਮੁਸਲਮਾਨ ਬਣ ਜਾ। ਗੁਰੂ ਪਿਆਰ ਵਾਲਿਓ, ਦਰਅਸਲ ਇਨਸਾਨੀਅਤ ਦਾ ਘਾਣ ਸਵਾਰਥੀ ਤੇ ਮਜ਼ਹਬੀ ਜਿਹੜੇ ਲੋਕ ਨੇ, ਜਿਹੜੇ ਕੇਵਲ ਮਜ਼ਹਬ ਦੇ ਨਾਲ ਜੁੜ ਕੇ ਦੰਗੇ ਫਸਾਦ ਕਰਾਉਣਾ ਚਾਹੁੰਦੇ ਨੇ, ਉਹਨਾਂ ਦਾ ਆਪੋ ਆਪਣਾ ਸਵਾਰਥ ਹੁੰਦਾ ਹੈ। ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਪੜ੍ਹਦੇ ਹਾਂ ਤੇ ਗੁਰੂ ਪਾਤਸ਼ਾਹ ਦੇ ਜੀਵਨ ਇਤਿਹਾਸ ਦੇ ਵਿੱਚ ਬੇਅੰਤ ਐਸੇ ਲੋਕ ਨੇ ਜਿਹੜੇ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਦੇ ਸੀ,
ਤੇ ਗੁਰੂ ਸਾਹਿਬਾਂ ਦੇ ਨਾਲ ਉਹਨਾਂ ਨੇ ਜਿਹੜਾ ਜੋੜ ਰੱਖਿਆ ਹੈ, ਗੁਰੂ ਸਾਹਿਬਾਂ ਦੇ ਨਾਲ ਜੁੜ ਕੇ ਉਹਨਾਂ ਨੇ ਜੀਵਨ ਸਫਲ ਕੀਤਾ ਹੈ। ਸ਼ਾਇਦ ਸਮਾਂ ਹੋਣ ਵਾਲਾ, ਮੈਂ ਬੇਨਤੀ ਕਰਕੇ ਖਿਮਾ ਮੰਗਣੀ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੰਧਨ ਕੱਟਣ ਵਾਲੇ ਨੇ, ਅਰਦਾਸਾਂ ਕਿਵੇਂ ਪ੍ਰਵਾਨ ਕਰਦੇ ਨੇ। ਧੰਨ ਸਤਿਗੁਰੂ ਪਾਤਸ਼ਾਹ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਜਦੋਂ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਚੱਲੇ ਨੇ ਸ਼ਹਾਦਤ ਵਾਸਤੇ, ਤੇ ਆਪ ਦਿੱਲੀ ਸਿੱਧੇ ਨਹੀਂ ਗਏ, ਜਾ ਸਕਦੇ ਸੀ, ਆਗਰੇ ਪਹੁੰਚੇ ਨੇ। ਆਗਰੇ ਇੱਕ ਹਸਨ ਅਲੀ ਮੁਸਲਮਾਨ ਹੈ, ਉਹ ਅਯਾਲੀ ਹੈ, ਭਾਵ ਭੇਡਾਂ ਬੱਕਰੀਆਂ ਚਾਰਨ ਵਾਲਾ ਗਰੀਬ ਬਜ਼ੁਰਗ ਹੈ। ਉਸ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਫਰਮਾਨ ਕਰ ਦਿੱਤਾ ਹੈ, ਤੇ ਦਿੱਲੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ, ਜਿਹੜਾ ਗ੍ਰਿਫਤਾਰ ਕਰਾਵੇ ਉਸ ਨੂੰ ਇਨਾਮ ਮਿਲੇਗਾ। ਇਸ ਅਯਾਲੀ ਨੇ ਅੰਦਰੇ ਅੰਦਰ ਜਦੋਂ ਇਸ਼ਤਿਹਾਰ ਪੜ੍ਹਿਆ, ਅੱਖਾਂ ਤੋਂ ਚਸ਼ਮਾ ਹਟਾਉਂਦਾ ਹੈ, ਇਸ਼ਤਿਹਾਰ ਪੜ੍ਹਦਾ ਹੈ, ਇਸ਼ਤਿਹਾਰ ਪੜ੍ਹ ਕੇ ਮਨ ਹੀ ਮਨ ਅਰਦਾਸ ਕਰਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ, ਤੁਸਾਂ ਨੇ ਦਿੱਲੀ ਜਾਣਾ ਹੈ, ਤੁਸਾਂ ਨੇ ਸ਼ਹਾਦਤ ਵੀ ਦੇ ਦੇਣੀ ਹੈ, ਤੁਸੀਂ ਆਪਾ ਵੀ ਵਾਰ ਦੇਣਾ ਹੈ, ਲੇਕਿਨ ਮੇਰੀ ਬੇਨਤੀ, ਮੇਰੀ ਅਰਦਾਸ ਪ੍ਰਵਾਨ ਕਰੋ, ਜੇ ਤੁਸੀਂ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਓ ਤੇ ਮੇਰੇ ਘਰ ਜਵਾਨ ਬੱਚੀ ਹੈ, ਉਸ ਬੱਚੀ ਦਾ ਮੈਂ ਨਿਕਾਹ ਕਰ ਸਕਾਂ, ਤੇ ਤੁਸੀਂ ਇੱਥੋਂ ਜੇ ਗ੍ਰਿਫਤਾਰ ਹੋਵੋਗੇ ਤੇ ਮੈਨੂੰ ਇਨਾਮ ਮਿਲ ਜਾਏਗਾ। ਹੁਣ ਅਰਦਾਸ ਵੇਖੋ ਕੈਸੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਗਰੇ ਪਹੁੰਚੇ ਨੇ, ਉੱਥੇ ਬਾਗ ਦੇ ਵਿੱਚ ਜਾ ਕੇ ਡੇਰਾ ਲਾਇਆ। ਇਹਨਾਂ ਦੇ ਨਾਲ ਸਿੰਘ, ਸਤਿਗੁਰੂ ਪਾਤਸ਼ਾਹ ਦੇ ਨਾਲ ਜੋ ਸਾਥੀ ਹਨ ਉਹ ਸਿੰਘ ਵੀ ਹਨ। ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਉਸ ਅਯਾਲੀ ਨੂੰ ਇੱਕ ਦੁਸ਼ਾਲਾ ਦਿੱਤਾ, ਇੱਕ ਅੰਗੂਠੀ ਦਿੱਤੀ, ਵੀ ਜਾ ਹਲਵਾਈ ਦੀ ਦੁਕਾਨ ਤੋਂ ਮਠਿਆਈ ਲੈ ਕੇ ਆ। ਮਠਿਆਈ ਲੈਣ ਵਾਸਤੇ ਉਹ ਆਜੜੀ ਜਾ ਰਿਹਾ, ਤੇ ਜਦੋਂ ਹਲਵਾਈ ਨੇ ਵੇਖਿਆ ਵੀ ਗਰੀਬ ਆਜੜੀ, ਪਾਟੇ ਪੁਰਾਣੇ ਵਸਤਰ ਪਾਏ ਹੋਏ ਨੇ, ਇਹਦੇ ਕੋਲ ਇਤਨਾ ਕੀਮਤੀ ਦੁਸ਼ਾਲਾ ਤੇ ਇਤਨੀ ਕੀਮਤੀ ਅੰਗੂਠੀ ਕਿੱਥੋਂ ਆ ਗਈ, ਸ਼ੱਕ ਹੋ ਗਿਆ। ਉਸਨੇ ਦਰੋਗੇ ਨੂੰ ਕਿਹਾ, ਕੋਤਵਾਲ ਨੂੰ ਕਿਹਾ ਵੀ ਸ਼ੱਕ ਹੈ, ਇਸਨੇ ਕੋਈ ਚੋਰੀ ਕਰਕੇ ਆਇਆ, ਕਿੱਥੋਂ ਲੈ ਕੇ ਆਇਆ। ਖੈਰ ਕੋਤਵਾਲ ਨੇ ਜਦੋਂ ਪੁੱਛਿਆ, ਉਸਨੇ ਸਾਰੀ ਵਾਰਤਾ ਦੱਸ ਦਿੱਤੀ ਉਸ ਹਸਨ ਅਲੀ ਨੇ ਕਿ ਮੈਨੂੰ ਨਹੀਂ ਪਤਾ, ਬਾਗ ਦੇ ਵਿੱਚ ਕੋਈ ਮੁਸਾਫਰ ਆਏ ਨੇ, ਵੇਖਣ ਨੂੰ ਬਹੁਤ ਸ਼ਾਹੀ ਠਾਠ ਬਾਟ ਵਾਲੇ ਨੇ, ਔਰ ਨਾਲ ਹੀ ਉਹ ਨਾਮ ਸਿਮਰਨ ਰੱਬ ਦੇ ਪਿਆਰੇ ਵੀ ਲੱਗਦੇ ਨੇ, ਉਹਨਾਂ ਨੇ ਮੇਰੇ ਤੋਂ ਮਠਿਆਈ ਮੰਗਵਾਈ ਹੈ, ਇਹ ਉਹਨਾਂ ਨੇ ਮੈਨੂੰ ਦਿੱਤੀ ਹੈ। ਉਹ ਕੋਤਵਾਲ ਜਦੋਂ ਉੱਥੇ ਪਹੁੰਚਿਆ, ਉਸ ਨੂੰ ਪਤਾ ਲੱਗ ਗਿਆ। ਜਾ ਕੇ ਕੋਤਵਾਲ ਕਹਿੰਦਾ, ਤੁਸੀਂ ਤੇਗ ਬਹਾਦਰ ਹੋ? ਸਤਿਗੁਰੂ ਪਾਤਸ਼ਾਹ ਕਹਿੰਦੇ, ਹਾਂਜੀ ਮੈਨੂੰ ਤੇਗ ਬਹਾਦਰ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਉੱਥੋਂ ਕੋਤਵਾਲ ਨੇ ਜਦੋਂ ਗ੍ਰਿਫਤਾਰ ਕੀਤਾ, ਤੇ ਜਿਹੜਾ ਸਰਕਾਰ ਦੇ ਵੱਲੋਂ ਇਨਾਮ ਰੱਖਿਆ ਗਿਆ ਸੀ ਉਸ ਹਸਨ ਅਲੀ ਨੂੰ ਮਿਲਿਆ। ਮੇਰਾ ਕਹਿਣ ਤੋਂ ਭਾਵ ਇਹ ਕਿ ਸਤਿਗੁਰੂ ਪਾਤਸ਼ਾਹ ਕਿਸ ਤਰ੍ਹਾਂ ਅਰਦਾਸ ਪ੍ਰਵਾਨ ਕਰਦੇ ਨੇ। ਉਹ ਨਹੀਂ ਵੇਖਦੇ ਵੀ ਇਹ ਕਿਸ ਧਰਮ ਨਾਲ ਸੰਬੰਧਤ ਹੈ, ਕਿਸ ਜਾਤੀ ਨਾਲ ਸੰਬੰਧਤ ਹੈ, ਕਿਉਂਕਿ ਆਪਾਂ ਬੇਨਤੀ ਇੱਥੋਂ ਸ਼ੁਰੂ ਕੀਤੀ ਸੀ ਕਿ ਸਤਿਗੁਰੂ ਪਾਤਸ਼ਾਹ ਸ਼ਰਧਾ ਭਾਵਨਾ ਵੇਖਦੇ ਨੇ। ਸਾਡਾ ਜਿਹੜਾ ਮਕਸਦ ਹੈ ਅੰਦਰ ਦੀ, ਸਾਡੀ ਭਾਵ ਭਾਵਨੀ ਕੈਸੀ ਹੈ, ਤੇ ਫਿਰ ਸਤਿਗੁਰੂ ਪਾਤਸ਼ਾਹ ਸਾਡੀ ਕਾਮਨਾ ਪੂਰਨ ਕਰਦੇ ਨੇ। ਆਓ ਇਤਨੀ ਬੇਨਤੀ ਪ੍ਰਵਾਨ ਕਰਨੀ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਐਸੇ ਦੀਨ ਦਿਆਲੂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਆਪਾਂ ਮਨਾ ਰਹੇ ਹਾਂ। ਕੁਝ ਕੁ ਵਨੰਗੀਆਂ ਟੂਕ ਮਾਤਰ ਉਦਾਹਰਨਾਂ ਉਹਨਾਂ ਦੇ ਜੀਵਨ ਇਤਿਹਾਸ ਦੇ ਵਿੱਚੋਂ ਆਪ ਜੀ ਦੇ ਸਮਕਸ਼ ਪੇਸ਼ ਕੀਤੀਆਂ ਨੇ। ਅੰਤ ਵਿੱਚ ਇਹੀ ਬੇਨਤੀ ਹੈ ਕਿ ਪਾਵਨ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਸਾਡੇ ਅੰਦਰ ਵੈਰਾਗ ਉਪਜੇ, ਸਾਡੇ ਅੰਦਰ ਸਤਿਗੁਰੂ ਪਾਤਸ਼ਾਹ ਦਾ ਭੈ ਤੇ ਭਾਵ ਪ੍ਰਗਟ ਹੋਵੇ, ਸ਼ਰਧਾ ਭਾਵਨਾ ਪ੍ਰਗਟ ਹੋਵੇ, ਤੇ ਸਾਡਾ ਮਕਸਦ ਇਹੀ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਡਾ ਜੀਵਨ ਜਿਹੜਾ ਸਫਲਤਾ ਪੂਰਵਕ ਸੰਪੂਰਨ ਹੋਵੇ ਤਾਂ ਹੋ ਸਕਦਾ ਹੈ ਜੇ ਆਪਾਂ ਗੁਰੂ ਕੀ ਬਾਣੀ ਦੇ ਨਾਲ ਜੁੜਾਂਗੇ। ਬਹੁਤ ਹੀ ਸਤਿਕਾਰਯੋਗ ਆਪ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ।
ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਤੌਰ ਤੇ ਮੁੱਖ ਸੇਵਾਦਾਰ ਸਰਦਾਰ ਦਰਸ਼ਨ ਸਿੰਘ ਜੀ ਖੁਰਾਨਾ ਸਾਹਿਬ ਜੋ ਮੁੱਖ ਸੇਵਾਦਾਰ ਹਨ, ਪ੍ਰਬੰਧਕ ਕਮੇਟੀ ਦੇ ਸਾਰੇ ਸਾਥੀ ਜੋ ਆਪ ਜੀ ਯਾਦ ਕਰਦੇ ਹੋ, ਆਪ ਜੀ ਦਾ ਧੰਨਵਾਦ ਹੈ। ਸੇਵਾ ਪ੍ਰਵਾਨ ਕਰਨੀ ਕੁਟਾਨਕੋਟ ਸ਼ੁਕਰਾਨਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜੋ ਤੁਹਾਡੇ ਤੋਂ ਸਿੱਖਿਆ ਆਪ ਜੀ ਦੀ ਸੇਵਾ ਵਿੱਚ ਪੇਸ਼ ਕੀਤਾ ਹੈ, ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੇਅੰਤ ਸਤਿਕਾਰ ਆਪ ਜੀ ਵੱਲੋਂ ਆਇਆ ਹੈ। ਗੁਰੂ ਮਹਾਰਾਜ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜੀ। ਬਹੁਤ ਹੀ ਸਤਿਕਾਰਯੋਗ ਰਾਗੀ ਜੱਥਾ ਸਾਡੇ ਵਿੱਚ ਪਹੁੰਚ ਚੁੱਕਾ ਹੈ, ਉਹਨਾਂ ਨੇ ਆਪ ਜੀ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਾ ਹੈ। ਜੀ ਆਇਆਂ ਕਹਿੰਦੇ ਹੋਏ ਖਿਮਾ ਦਾ ਜਾਚਕ ਹਾਂ। ਅਗਲਾ ਪ੍ਰੋਗਰਾਮ ਆਪ ਸਰਵਣ ਕਰੋ। ਦਾਸ ਨੂੰ ਖਿਮਾ ਬਖਸ਼ਿਸ਼ ਕਰੋ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।